10, 9, 8, 7, 6, 5, 4, 3, 2, 1, 0. Plus 5 seconds. Lift off normal. Here we have a majestic liftoff of LVM-3 M4 rocket carrying India's prestigious Chandrayaan-3 spacecraft. P2 tracking. प्रज्वलन और सफलतापूर्ण उत्थापन LVM-3 M4 रॉकेट का। ਸਤਿ ਸ਼੍ਰੀ ਅਕਾਲ ਜੀ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾ ਦੀ ਤਰ੍ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਦੀ ਜੋ ਅਸੀਂ ਇੰਟਰਸਟਿੰਗ ਵੀਡੀਓ ਤੁਹਾਡੇ ਲਈ ਲੈ ਕੇ ਆਏ ਉਹਦੇ ਵਿੱਚ ਆਪਾਂ ਗੱਲ ਕਰਾਂਗੇ ਸਪੇਸ ਬਾਰੇ, ਚੰਦਰਯਾਨ ਮਿਸ਼ਨਸ ਬਾਰੇ ਤੇ ਇਹਨਾਂ ਮਿਸ਼ਨ ਦੇ ਵਿੱਚ ਆਪਾਂ ਚੰਦਰਯਾਨ 1 2 3 ਇਹਨਾਂ ਸਾਰਿਆਂ ਨੂੰ ਕਵਰ ਕਰਾਂਗੇ ਤੇ ਲਾਸਟ ਦੇ ਵਿੱਚ ਆਪਾਂ ਗੱਲ ਕਰਾਂਗੇ ਇਸਰੋ ਦੇ ਅਪਕਮਿੰਗ 6 ਪ੍ਰੋਜੈਕਟਸ ਦੇ ਬਾਰੇ। ਸੋ ਅੱਗੇ ਵਧਣ ਤੋਂ ਪਹਿਲਾਂ ਤੁਸੀਂ ਆਪਣੇ ਇਸ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਸੋ ਸਭ ਤੋਂ ਪਹਿਲਾਂ ਆਪਾਂ ਸਪੇਸ ਮਿਸ਼ਨ ਦੀ ਇੰਪੋਰਟੈਂਸ ਬਾਰੇ ਤੇ ਇਹ ਕਿਵੇਂ ਕੰਮ ਕਰਦੇ ਨੇ ਉਹਦੇ ਬਾਰੇ ਗੱਲਬਾਤ ਕਰਾਂਗੇ। ਸਪੇਸ ਮਿਸ਼ਨ ਵੱਖ-ਵੱਖ ਟੈਕਨੋਲੋਜੀਜ਼ ਦੀ ਡਿਵੈਲਪਮੈਂਟ ਨੂੰ ਜਨਮ ਦਿੰਦੇ ਹਨ। ਨਤੀਜੇ ਵਜੋਂ ਨਵੀਆਂ ਇੰਡਸਟਰੀਜ਼ ਦਾ ਜਨਮ ਹੁੰਦਾ ਹੈ ਜੋ ਸਾਡੀ ਇਕਨੋਮੀ ਅਤੇ ਧਰਤੀ ਉੱਤੇ ਸਾਡੇ ਜੀਵਨ ਨੂੰ ਬਿਹਤਰ ਬਣਾਉਂਦੀਆਂ ਹਨ। ਸਪੇਸ ਮਿਸ਼ਨਸ ਤੋਂ ਬਿਨਾਂ ਸਾਡੇ ਕੋਲ GPS, ਮੌਸਮ ਸੰਬੰਧੀ ਜਾਣਕਾਰੀ, ਸੋਲਰ ਸੈਲਸ ਤੇ ਐਨਕਾਂ ਤੇ ਕੈਮਰਿਆਂ ਵਿੱਚ ਫਿੱਟ ਹੋਣ ਵਾਲੇ ਅਲਟਰਾਵਾਇਲਟ ਫਿਲਟਰਸ ਵੀ ਨਹੀਂ ਹੋਣੇ ਸੀ। ਸੋ ਕਿਸੇ ਵੀ ਸਪੇਸ ਮਿਸ਼ਨ ਦੇ ਦੋ ਜ਼ਰੂਰੀ ਕੰਪੋਨੈਂਟ ਹੁੰਦੇ ਨੇ, ਇੱਕ ਹੁੰਦਾ ਰਾਕਟ ਤੇ ਦੂਜਾ ਹੁੰਦਾ ਸਪੇਸਕ੍ਰਾਫਟ। ਜਦੋਂ ਸਪੇਸਕ੍ਰਾਫਟ ਆਪਣੇ ਟਾਰਗੇਟ ਦੇ ਉੱਤੇ ਪਹੁੰਚ ਜਾਂਦਾ ਹੈ ਉਸ ਤੋਂ ਬਾਅਦ ਜਿਹੜਾ ਰਾਕਟ ਆ ਉਹ ਜ਼ਿਆਦਾਤਰ ਕੇਸਿਸ ਦੇ ਵਿੱਚ ਡਿਸਟਰੋਏ ਹੋ ਜਾਂਦਾ ਹੈ। ਜੇ ਆਪਾਂ ਸਪੇਸ ਇੰਡਸਟਰੀ ਦੀ ਗੱਲ ਕਰੀਏ ਤਾਂ ਇੰਡੀਅਨ ਸਪੇਸ ਐਸੋਸੀਏਸ਼ਨ ਦੇ ਮੁਤਾਬਕ ਇਹ 2025 ਤੱਕ $13 ਬਿਲੀਅਨ ਦੀ ਹੋ ਜਾਏਗੀ, ਜਿਹੜੀ 2020 ਦੇ ਵਿੱਚ $9.6 ਬਿਲੀਅਨ ਦੀ ਸੀ। ਹੁਣ ਆਪਾਂ ਗੱਲ ਕਰਾਂਗੇ ਚੰਦਰਯਾਨ ਮਿਸ਼ਨ ਬਾਰੇ। ਚੰਦਰਯਾਨ ਇੱਕ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਇੰਗਲਿਸ਼ ਮਤਲਬ ਹੈ ਮੂਨਕ੍ਰਾਫਟ। US, ਚਾਈਨਾ ਤੇ ਹੋਰ ਪ੍ਰਾਈਵੇਟ ਕਾਰਪੋਰੇਸ਼ਨਸ ਨੇ ਜਿਹੜੀਆਂ ਉਹ ਚੰਦਰਮਾ ਤੇ ਮੰਗਲ ਗ੍ਰਹਿ ਉੱਤੇ ਮਾਈਨਿੰਗ ਕਰਨ ਤੋਂ ਲੈ ਕੇ ਫਿਊਚਰ ਵਿੱਚ ਇਨਸਾਨਾਂ ਦੇ ਰਹਿਣ ਲਈ ਕਲੋਨੀਜ਼ ਬਣਾਉਣ ਦੀ ਦੌੜ ਵਿੱਚ ਲੱਗੀਆਂ ਹੋਈਆਂ ਹਨ। ਤੇ ਜਿਹੜਾ ਇੰਡੀਆ ਦਾ ਸਭ ਤੋਂ ਪਹਿਲਾ ਚੰਦਰਯਾਨ 1 ਮਿਸ਼ਨ ਸੀ ਉਹ 22 ਅਕਤੂਬਰ 2008 ਨੂੰ ਚੰਦਰਮਾ ਦੀ ਖੋਜ ਕਰਨ ਦੇ ਉਦੇਸ਼ ਦੇ ਨਾਲ ਲਾਂਚ ਕੀਤਾ ਗਿਆ ਸੀ। ਸੋ ਚੰਦਰਯਾਨ 1 ਮਿਸ਼ਨ ਦਾ ਜਿਹੜਾ ਪ੍ਰਾਇਮਰੀ ਆਬਜੈਕਟਿਵ ਸੀ ਉਹ ਸੀ ਕਿ ਜਿਹੜੇ ਚੰਦਰਮਾ ਦੀ ਦੂਰ ਵਾਲੀ ਸਾਈਡ ਹੈ ਤੇ ਨੇੜੇ ਵਾਲੀ ਸਾਈਡ ਹੈ ਜਿਸ ਨੂੰ ਇੰਗਲਿਸ਼ ਦੇ ਵਿੱਚ ਨੀਅਰ ਸਾਈਡ ਐਂਡ ਫਾਰ ਸਾਈਡ ਕਿਹਾ ਜਾਂਦਾ ਹੈ, ਉਸ ਦੀ 3D ਮੈਪਿੰਗ ਕਰਨਾ ਤੇ ਚੰਦਰਮਾ ਦਾ ਜਿਹੜਾ ਸਰਫੇਸ ਆ ਉਹਦੀ ਕੈਮੀਕਲ ਐਂਡ ਮਿਨਰਲ ਮੈਪਿੰਗ ਕਰਨਾ ਸੀ। ਸੋ ਚੰਦਰਯਾਨ 1 ਮਿਸ਼ਨ ਨੇ ਚੰਦਰਮਾ ਦੇ ਆਲੇ ਦੁਆਲੇ ਲਗਭਗ 3400 ਤੋਂ ਵੱਧ ਚੱਕਰ ਲਗਾਏ ਤੇ ਇਹ ਲਗਭਗ 312 ਦਿਨਾਂ ਤੱਕ ਆਪਰੇਸ਼ਨਲ ਰਿਹਾ। ਤੇ ਜਦੋਂ 29 ਅਗਸਤ 2009 ਨੂੰ ਚੰਦਰਯਾਨ 1 ਦੇ ਨਾਲੋਂ ਰੇਡੀਓ ਕੰਟੈਕਟ ਟੁੱਟ ਗਿਆ ਤਾਂ ਉਸ ਸਮੇਂ ਤੱਕ ਇਸ ਨੇ ਆਪਣੇ 95% ਮਿਸ਼ਨ ਆਬਜੈਕਟਿਵਸ ਨੂੰ ਅਚੀਵ ਕਰ ਲਿਆ ਸੀ। ਸਭ ਤੋਂ ਵੱਡੀ ਅਚੀਵਮੈਂਟ ਚੰਦਰਯਾਨ 1 ਮਿਸ਼ਨ ਦੀ ਇਹ ਸੀ ਕਿ ਇਸ ਵਿੱਚ ਵਰਤੀ ਹੋਈ ਜਿਹੜੀ ਸਾਰੀ ਟੈਕਨੋਲੋਜੀ ਸੀ ਉਹ ਇੰਡੀਆ ਦੇ ਵਿੱਚ ਇੰਡੀਜਨਸਲੀ ਡਿਵੈਲਪ ਹੋਈ ਸੀ। ਇਸ ਮਿਸ਼ਨ ਦੌਰਾਨ 14 ਨਵੰਬਰ 2008 ਨੂੰ ਮੂਨ ਇੰਪੈਕਟ ਪ੍ਰੋਬ ਨਾਮਕ ਪੇਲੋਡ ਸੀ ਜਿਹੜਾ ਉਸ ਸਪੇਸਕ੍ਰਾਫਟ ਤੋਂ ਅਲੱਗ ਹੋ ਕੇ ਇੱਕ ਕੰਟਰੋਲਡ ਮੈਨਰ ਵਿੱਚ ਚੰਦਰਮਾ ਦੇ ਸਾਊਥ ਪੋਲ ਤੇ ਕ੍ਰੈਸ਼ ਕੀਤਾ ਗਿਆ, ਜਿਸ ਤੋਂ ਇਹ ਪਤਾ ਲੱਗ ਸਕਿਆ ਕਿ ਚੰਦਰਮਾ ਦੇ ਸਰਫੇਸ ਉੱਤੇ ਪਾਣੀ ਮੌਜੂਦ ਹੈ ਤੇ ਫਿਰ ਨਾਰਥ ਪੋਲ ਉੱਤੇ ਵੀ ਬਰਫ਼ ਹੋਣ ਦਾ ਪਤਾ ਲੱਗਿਆ। ਇਸ ਦੇ ਨਾਲ ਹੀ ਚੰਦਰਮਾ ਦੇ ਉੱਤੇ ਪਾਣੀ ਲੱਭਣ ਵਾਲਾ ਇੰਡੀਆ ਪਹਿਲਾ ਦੇਸ਼ ਬਣਿਆ। ਹੁਣ ਆਪਾਂ ਗੱਲ ਕਰਾਂਗੇ ਚੰਦਰਯਾਨ 2 ਮਿਸ਼ਨ ਬਾਰੇ ਤੇ ਇਹ ਫੇਲ ਕਿਵੇਂ ਹੋਇਆ ਸੀ। ਚੰਦਰਯਾਨ 2 ਮਿਸ਼ਨ ਚੰਦਰਮਾ ਦੇ ਸਾਊਥ ਪੋਲ ਨੂੰ ਐਕਸਪਲੋਰ ਕਰਨ ਲਈ ਇੱਕ ਆਰਬਿਟਰ ਜੋ ਚੰਦਰਮਾ ਦੇ ਚੱਕਰ ਲਾਊਗਾ ਪਰ ਲੈਂਡ ਨਹੀਂ ਕਰੂਗਾ, ਇੱਕ ਲੈਂਡਰ ਜੋ ਚੰਦਰਮਾ ਦੇ ਸਰਫੇਸ ਤੇ ਉਤਰੂਗਾ ਪਰ ਵਾਕ ਨਹੀਂ ਕਰੂਗਾ ਤੇ ਇੱਕ ਰੋਵਰ ਜੋ ਸਰਫੇਸ ਦੇ ਉੱਤੇ ਚੱਲਣ ਦੇ ਲਈ ਲੈ ਕੇ ਆਇਆ ਸੀ। ਚੰਦਰਯਾਨ 2 ਮਿਸ਼ਨ ਜੁਲਾਈ 2019 ਦੇ ਵਿੱਚ ਲਾਂਚ ਕੀਤਾ ਗਿਆ ਸੀ ਤੇ ਇਹ ਪਾਰਸ਼ਲੀ ਸਕਸੈਸਫੁਲ ਰਿਹਾ ਸੀ ਕਿਉਂਕਿ 7 ਸਤੰਬਰ 2019 ਨੂੰ ਇਸ ਦਾ ਲੈਂਡਰ ਜਿਸ ਦਾ ਨਾਮ ਵਿਕਰਮ ਰੱਖਿਆ ਗਿਆ ਤੇ ਰੋਵਰ ਜਿਸ ਦਾ ਨਾਮ ਪ੍ਰਗਿਆਨ ਸੀ ਉਹ ਦੋਵੇਂ ਚੰਦਰਮਾ ਦੇ ਸਰਫੇਸ ਤੇ ਕ੍ਰੈਸ਼ ਹੋ ਗਏ ਸੀ। ਤੇ ਚੰਦਰਯਾਨ 2 ਦੀ ਕਾਮਯਾਬੀ ਇਹ ਸੀ ਕਿ ਆਰਬਿਟਰ ਪਲਾਨ ਦੇ ਮੁਤਾਬਕ ਕੰਮ ਕਰਦਾ ਰਿਹਾ ਤੇ ਇਸ ਨੂੰ ਪੋਲਸ ਤੋਂ ਇਲਾਵਾ ਚੰਦਰਮਾ ਦੇ ਸਾਰੇ ਲੈਟੀਟਿਊਡਸ ਦੇ ਉੱਤੇ ਵੀ ਪਾਣੀ ਹੋਣ ਦੇ ਸਬੂਤ ਮਿਲੇ ਸੀ। ਤੇ ਆਰਬਿਟਰ ਉੱਤੇ ਲੱਗੇ ਲਾਰਜ ਏਰੀਆ ਸੌਫਟ ਐਕਸ-ਰੇ ਸਪੈਕਟੋਮੀਟਰ ਜਿਸ ਦਾ ਕੰਮ ਚੰਦਰਮਾ ਦੇ ਐਕਸ-ਰੇ ਸਪੈਕਟਰਮ ਨੂੰ ਮੇਜ਼ਰ ਕਰਕੇ ਮੇਜਰ ਐਲੀਮੈਂਟਸ ਲਾਈਕ ਮੈਗਨੀਸ਼ੀਅਮ, ਐਲੂਮੀਨੀਅਮ, ਸਿਲੀਕਨ, ਕੈਲਸ਼ੀਅਮ, ਟਾਈਟੇਨੀਅਮ, ਆਇਰਨ ਦੀ ਮੌਜੂਦਗੀ ਹੋਣ ਦਾ ਪਤਾ ਲਾਉਣਾ ਸੀ। ਉਸਨੇ ਪਹਿਲੀ ਵਾਰ ਇਹ ਪਤਾ ਲਾਇਆ ਕਿ ਚੰਦਰਮਾ ਉੱਤੇ ਮਾਈਨਰ ਐਲੀਮੈਂਟਸ ਜਿਵੇਂ ਕ੍ਰੋਮੀਅਮ ਤੇ ਮੈਗਨੀਜ਼ ਵੀ ਹੈਗੇ ਨੇ। ਹੁਣ ਆਪਾਂ ਗੱਲ ਕਰਾਂਗੇ ਆਪਣੇ ਲੇਟੈਸਟ ਮੂਨ ਮਿਸ਼ਨ ਚੰਦਰਯਾਨ 3 ਦੇ ਬਾਰੇ ਜਿਹੜਾ 24 ਅਗਸਤ 2023 ਨੂੰ ਚੰਦਰਮਾ ਦੀ ਧਰਤੀ ਦੇ ਉੱਤੇ ਲੈਂਡ ਕਰੂਗਾ ਤੇ ਇਹ ਲੱਖਾਂ ਭਾਰਤੀ ਨੌਜਵਾਨਾਂ ਨੂੰ ਇੱਕ ਇਨਸਪੀਰੇਸ਼ਨ ਦੇਣ ਦਾ ਕੰਮ ਕਰੂਗਾ। 14 ਜੁਲਾਈ 2023 ਨੂੰ ਇਸਰੋ ਨੇ ਚੰਦਰਮਾ ਦੇ ਉੱਤੇ ਸੌਫਟ ਲੈਂਡਿੰਗ ਕਰਨ ਦੇ ਲਈ ਜਿਹੜੀ ਸੈਕਿੰਡ ਅਟੈਂਪਟ ਕੀਤੀ ਉਸ ਦੇ ਲਈ ਚੰਦਰਯਾਨ 3 ਮਿਸ਼ਨ ਨੂੰ ਲਾਂਚ ਕੀਤਾ ਤੇ ਇਸ ਵਾਰੀ ਇਸ ਮਿਸ਼ਨ ਨੂੰ ਇੰਡੀਆ ਦੀ ਰਾਕਟ ਲੇਡੀ ਰਿਤੂ ਸ਼੍ਰੀਵਾਸਤਵਾ ਲੀਡ ਕਰ ਰਹੇ ਹਨ।
ਇਸਰੋ ਮੁਤਾਬਕ ਚੰਦਰਯਾਨ 2 ਸੀ ਜਿਹੜਾ ਉਹ ਇੱਕ ਸਕਸੈਸ ਬੇਸਡ ਮਾਡਲ ਦੇ ਉੱਤੇ ਆਧਾਰਿਤ ਸੀ ਤੇ ਜਿਹੜਾ ਚੰਦਰਯਾਨ 3 ਹੈ ਇਹ ਇੱਕ ਫੇਲਿਅਰ ਬੇਸਡ ਮਾਡਲ ਦੇ ਉੱਤੇ ਆਧਾਰਿਤ ਹੈ। ਆਸਾਨ ਭਾਸ਼ਾ ਦੇ ਵਿੱਚ ਇਹ ਸਮਝ ਸਕਦੇ ਹਾਂ ਕਿ ਇਸਰੋ ਨੇ ਇਸ ਵਾਰੀ ਜੋ ਤਿਆਰੀ ਕੀਤੀ ਹੈ ਉਹ ਇਹ ਸੋਚ ਕੇ ਕੀਤੀ ਹੈ ਕਿ ਚੰਦਰਯਾਨ 3 ਦੇ ਨਾਲ ਕੀ ਗਲਤ ਵਾਪਰ ਸਕਦਾ ਹੈ। ਜੇ ਇਹ ਮਿਸ਼ਨ ਪਲਾਨ ਮੁਤਾਬਕ ਸਕਸੈਸਫੁਲ ਰਹਿੰਦਾ ਤਾਂ ਇੰਡੀਆ, ਯੂਨਾਈਟਿਡ ਸਟੇਟਸ, ਰਸ਼ੀਆ ਤੇ ਚਾਈਨਾ ਤੋਂ ਬਾਅਦ ਸੌਫਟ ਲੈਂਡਿੰਗ ਕਰਨ ਵਾਲਾ ਚੌਥਾ ਦੇਸ਼ ਬਣ ਜਾਊਗਾ। ਹੁਣ ਆਪਾਂ ਗੱਲ ਕਰਾਂਗੇ ਕਿ ਅਸੀਂ ਚੰਦਰਯਾਨ 3 ਦੇ ਰਾਹੀਂ ਅਚੀਵ ਕੀ ਕਰਨਾ ਚਾਹੁੰਦੇ ਹਾਂ। ਚੰਦਰਯਾਨ 3 ਦਾ ਉਦੇਸ਼ ਇੰਡੀਆ ਦੀ ਟੈਕਨੋਲੋਜੀਕਲ ਡਿਵੈਲਪਮੈਂਟ ਨੂੰ ਦੁਨੀਆ ਦੇ ਅੱਗੇ ਰੱਖਣਾ ਤੇ ਮੂਨ ਦੇ ਉੱਤੇ ਸੌਫਟ ਲੈਂਡਿੰਗ ਕਰਨਾ ਹੈ। ਤੇ ਜਿਹੜੀ ਚੰਦਰਯਾਨ 3 ਦੀ ਲੈਂਡਿੰਗ ਸਾਈਟ ਹੈ ਉਹ ਲਗਭਗ ਚੰਦਰਯਾਨ 2 ਦੀ ਲੈਂਡਿੰਗ ਸਾਈਟ ਦੇ ਕੋਲੇ ਹੀ ਰੱਖੀ ਗਈ ਹੈ ਤੇ ਜੇਕਰ ਇਹ ਸਫਲ ਹੋ ਜਾਂਦਾ ਤਾਂ ਇਹ ਚੰਦਰਮਾ ਦੇ ਸਾਊਥ ਪੋਲ ਦੇ ਉੱਤੇ ਹੋਣ ਵਾਲੀ ਪਹਿਲੀ ਲੈਂਡਿੰਗ ਹੋਊ। ਤੇ ਹੁਣ ਸਵਾਲ ਇਹ ਉੱਠਦਾ ਹੈ ਕਿ ਇਸਰੋ ਚੰਦਰਮਾ ਦੇ ਸਾਊਥ ਪੋਲ ਦੇ ਉੱਤੇ ਹੀ ਲੈਂਡ ਕਿਉਂ ਕਰਨਾ ਚਾਹੁੰਦਾ ਹੈ। ਸਾਊਥ ਪੋਲ ਦੇ ਉੱਤੇ ਲੈਂਡਿੰਗ ਕਰਨਾ ਮੂਨ ਮਿਸ਼ਨਸ ਦੇ ਲਈ ਕਾਫੀ ਫਾਇਦੇਮੰਦ ਹੈ। ਚੰਦਰਮਾ ਦੇ ਸਾਊਥ ਪੋਲ ਦੇ ਕੁਝ ਅਜਿਹੇ ਹਿੱਸੇ ਹਨ ਜਿਨ੍ਹਾਂ ਉੱਤੇ ਕਦੇ ਵੀ ਸੂਰਜ ਦੀ ਰੋਸ਼ਨੀ ਨਹੀਂ ਗਈ, ਜਿਸ ਕਾਰਨ ਉੱਥੇ ਪੀਣ ਵਾਲੇ ਪਾਣੀ ਤੇ ਖੇਤੀ ਲਈ ਪਾਣੀ ਬਰਫ਼ ਦੇ ਰੂਪ ਵਿੱਚ ਮੌਜੂਦ ਹੈ। ਇਸ ਦੇ ਨਾਲ ਇਹ ਆਕਸੀਜਨ ਤੇ ਰਾਕਟ ਫਿਊਲ ਕਰਕੇ ਜਿਹੜੇ ਅਗਲੇ ਮਿਸ਼ਨ ਨੇ, ਡੀਪ ਸਪੇਸ ਮਿਸ਼ਨਸ ਨੇ, ਉਹਨਾਂ ਨੂੰ ਅਚੀਵ ਕਰਨ ਦੇ ਵਿੱਚ ਵੀ ਹੈਲਪਫੁਲ ਹੋਊਗਾ। ਪਰ ਇਸ ਦੇ ਨਾਲ ਸਾਊਥ ਪੋਲ ਦੇ ਕੁਝ ਅਜਿਹੇ ਵੀ ਹਿੱਸੇ ਹਨ ਜਿਨ੍ਹਾਂ ਉੱਤੇ ਲਗਾਤਾਰ ਸੂਰਜ ਦੀ ਰੋਸ਼ਨੀ ਪੈਂਦੀ ਹੈ, ਜਿਸ ਕਰਕੇ ਅਸੀਂ ਸੋਲਰ ਪੈਨਲਸ ਦੀ ਵਰਤੋਂ ਕਰਕੇ ਸਪੇਸ ਕ੍ਰਾਫਟ ਤੇ ਫਿਊਚਰ ਹਿਊਮਨ ਕਲੋਨੀਜ਼, ਕਿਉਂਕਿ ਬਹੁਤ ਕੰਪਨੀਆਂ ਉੱਥੇ ਇਨਸਾਨਾਂ ਨੂੰ ਵਸਾਉਣਾ ਚਾਹੁੰਦੀਆਂ ਨੇ, ਉਹ ਤਾਂ ਹੀ ਸੰਭਵ ਹੈ ਜੇ ਸਾਡੇ ਕੋਲ એનર્ਜੀ ਹੋਊਗੀ। ਅਗਲਾ ਸਵਾਲ ਇਹ ਹੈ ਕਿ ਚੰਦਰਮਾ ਦੇ ਉੱਤੇ ਪਹੁੰਚਣ ਦੇ ਲਈ ਲੈਂਡਰ ਨੂੰ 42 ਦਿਨ ਕਿਉਂ ਲੱਗਣਗੇ, ਜਦੋਂ ਕਿ ਅਮਰੀਕਾ ਦਾ ਜਿਹੜਾ ਅਪੋਲੋ 11 ਮੂਨ ਮਿਸ਼ਨ ਸੀ ਉਹ ਸਿਰਫ 3 ਦਿਨਾਂ ਦੇ ਵਿੱਚ ਹੀ ਚੰਦਰਮਾ ਤੇ ਪਹੁੰਚ ਗਿਆ ਸੀ। ਤੇ ਇਹਦਾ ਇੱਕ ਬਹੁਤ ਸਿੰਪਲ ਆਨਸਰ ਇਹ ਹੈ ਕਿ ਜਿਹੜਾ ਅਮਰੀਕਾ ਦਾ ਅਪੋਲੋ 11 ਮਿਸ਼ਨ ਸੀ ਤੇ ਉਹਦੇ ਵਿੱਚ ਜਿਹੜਾ ਰਾਕਟ ਵਰਤਿਆ ਗਿਆ ਸੀ ਉਹ ਚੰਦਰਯਾਨ 3 ਦੇ ਰਾਕਟ ਦੇ ਨਾਲੋਂ ਕਾਫੀ ਗੁਣਾ ਜ਼ਿਆਦਾ ਵੱਧ ਪਾਵਰਫੁਲ ਸੀ ਤੇ ਉਹਦਾ ਸਿੰਪਲ ਰੀਜ਼ਨ ਇਕਨੋਮਿਕਸ ਹੈ। ਨਾਸਾ ਦਾ ਬਜਟ ਇਸਰੋ ਦੇ ਬਜਟ ਦੇ ਨਾਲੋਂ ਕਾਫੀ ਗੁਣਾ ਵੱਧ ਹੈ। ਚੰਦਰਯਾਨ 3 ਨੂੰ ਚੰਨ ਤੱਕ ਪਹੁੰਚਣ ਦੇ ਲਈ 42 ਦਿਨ ਲੱਗਣਗੇ ਤੇ ਇਸ ਦੀ ਲੈਂਡਿੰਗ 23 ਅਗਸਤ ਦੀ ਸਵੇਰ ਨੂੰ ਹੋਊਗੀ। ਚੰਦਰਯਾਨ 3 ਮਿਸ਼ਨ ਲਾਂਚ ਵਹੀਕਲ ਮਾਰਕ 3 ਰਾਹੀਂ ਸਪੇਸ ਵਿੱਚ ਭੇਜਿਆ ਗਿਆ ਤੇ ਜਦੋਂ ਇਹ 179 ਕਿਲੋਮੀਟਰ ਦੀ ਉਚਾਈ ਤੇ ਪਹੁੰਚਿਆ ਤਾਂ ਇਹ ਇੱਕ ਤੋਂ ਬਾਅਦ ਇੱਕ ਆਰਬਿਟ ਚੇਂਜ ਕਰਕੇ ਧਰਤੀ ਦੀ ਗ੍ਰੈਵਿਟੀ ਵਿੱਚੋਂ ਨਿਕਲ ਕੇ ਚੰਦਰਮਾ ਦੀ ਗ੍ਰੈਵਿਟੀ ਵਿੱਚ ਪ੍ਰਵੇਸ਼ ਕਰੂਗਾ ਤੇ ਚੰਦਰਮਾ ਦੀ ਗ੍ਰੈਵਿਟੀ ਵਿੱਚ ਪਹੁੰਚ ਕੇ ਸਪੇਸ ਕ੍ਰਾਫਟ ਆਪਣੇ ਆਰਬਿਟ ਚੇਂਜ ਕਰਕੇ 100 ਬਾਈ 100 ਕਿਲੋਮੀਟਰ ਆਰਬਿਟ ਦੇ ਵਿੱਚ ਪਹੁੰਚ ਜਾਊਗਾ। ਇਸ ਤੋਂ ਬਾਅਦ ਲੈਂਡਰ, ਜਿਸ ਦੇ ਵਿੱਚ ਰੋਵਰ ਹੈ, ਉਹ ਸਪੇਸ ਕ੍ਰਾਫਟ ਤੋਂ ਅਲੱਗ ਹੋ ਕੇ ਆਪਣਾ ਸਫ਼ਰ ਹੈ ਜਿਹੜਾ ਚੰਦਰਮਾ ਦੇ ਸਰਫੇਸ ਵੱਲ ਤੈਅ ਕਰੂਗਾ ਤੇ ਜਿਹੜੀ ਲੈਂਡਰ ਤੇ ਰੋਵਰ ਦੀ ਮਿਸ਼ਨ ਲਾਈਫ ਆ ਉਹ ਇੱਕ ਲੂਨਰ ਡੇ ਹੈ। ਸੋ ਚੰਦਰਮਾ ਦੇ ਉੱਤੇ ਇੱਕ ਦਿਨ ਹੈ ਜਿਹੜਾ ਉਹ ਧਰਤੀ ਦੇ ਉੱਤੇ 14 ਦਿਨਾਂ ਦੇ ਬਰਾਬਰ ਹੁੰਦਾ, ਉਵੇਂ ਹੀ ਇੱਕ ਰਾਤ ਹੈ ਜਿਹੜੀ ਉਹ ਧਰਤੀ ਦੇ ਉੱਤੇ 14 ਦਿਨਾਂ ਦੇ ਬਰਾਬਰ ਹੁੰਦੀ ਹੈ। ਤੇ ਕਹਿਣ ਦਾ ਭਾਵ ਇਹ ਹੈ ਕਿ ਜਿਹੜਾ ਚੰਦਰਮਾ ਉਹ ਧਰਤੀ ਦੇ ਆਲੇ ਦੁਆਲੇ ਲਗਭਗ 28 ਦਿਨਾਂ ਦੇ ਵਿੱਚ ਆਪਣਾ ਇੱਕ ਗੇੜਾ ਪੂਰਾ ਕਰਦਾ ਹੈ। ਤੇ ਇਹੀ ਕਾਰਨ ਹੈ ਕਿ ਚੰਦਰਯਾਨ 3 ਨੂੰ ਚੰਦਰਮਾ ਦੇ ਸਰਫੇਸ ਦੇ ਉੱਤੇ ਸਵੇਰ ਦੇ ਵਕਤ ਲੈਂਡ ਕਰਾਇਆ ਜਾਊਗਾ, ਕਿਉਂਕਿ ਰਾਤਾਂ ਇੰਨੀਆਂ ਜ਼ਿਆਦਾ ਠੰਡੀਆਂ ਹੁੰਦੀਆਂ ਨੇ ਤੇ ਇਹ ਐਕਸਟ੍ਰੀਮਲੀ ਲੋ ਟੈਂਪਰੇਚਰ ਦੇ ਵਿੱਚ ਸਰਵਾਈਵ ਨਹੀਂ ਕਰ ਸਕੂਗਾ। ਤੇ ਅੰਤ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਅਸੀਂ ਚੰਦਰਮਾ ਦੇ ਉੱਤੇ ਜਾਣਾ ਕਿਉਂ ਚਾਹੁੰਦੇ ਹਾਂ। ਚੰਦਰਯਾਨ 2 ਦੇ ਸਮੇਂ ਇਸਰੋ ਨੇ ਕਿਹਾ ਸੀ ਕਿ ਚੰਦਰਮਾ ਧਰਤੀ ਦਾ ਸਭ ਤੋਂ ਨਜ਼ਦੀਕੀ ਗ੍ਰਹਿ ਹੈ ਜਿੱਥੇ ਅਸੀਂ ਆਪਣੀਆਂ ਸਪੇਸ ਡਿਸਕਵਰੀਜ਼ ਨੂੰ ਡਾਕੂਮੈਂਟ ਕਰ ਸਕਦੇ ਹਾਂ ਤੇ ਇਸ ਨੂੰ ਡੀਪ ਸਪੇਸ ਦੇ ਵਿੱਚ ਵਰਤੀਆਂ ਜਾਣ ਵਾਲੀਆਂ ਟੈਕਨੋਲੋਜੀਜ਼ ਦੇ ਲਈ ਟੈਸਟ ਬੈੱਡ ਦੇ ਤੌਰ ਤੇ ਵੀ ਵਰਤਿਆ ਜਾ ਸਕਦਾ ਹੈ, ਕਿਉਂਕਿ ਕੁਝ ਟੈਕਨੋਲੋਜੀਜ਼ ਇਹੀ ਜਿਹੀਆਂ ਨੇ ਜਿਨ੍ਹਾਂ ਦਾ ਐਕਸਪੈਰੀਮੈਂਟ ਧਰਤੀ ਦੇ ਉੱਤੇ ਕਰਨਾ ਸੰਭਵ ਨਹੀਂ ਹੈਗਾ। ਹੁਣ ਆਪਾਂ ਗੱਲ ਕਰਾਂਗੇ ਚੰਦਰਯਾਨ 3 ਦੀ ਸਕਸੈਸ ਤੋਂ ਬਾਅਦ ਇਸਰੋ ਦੇ ਆਉਣ ਵਾਲੇ ਨੈਕਸਟ ਪਲਾਨਸ ਦੀ ਤੇ ਉਹਨਾਂ ਉੱਤੇ ਲੱਗਣ ਵਾਲੀ ਕੀਮਤ ਦੀ। ਸੋ ਸਭ ਤੋਂ ਪਹਿਲਾ ਮਿਸ਼ਨ ਹੈ ਆਦਿਤਿਆ L1 ਤੇ ਇਹਦੇ ਉੱਤੇ ਲੱਗਣ ਵਾਲੀ ਕੀਮਤ ਹੈ ਜਿਹੜੀ ਉਹ 378 ਕਰੋੜ ਹੈ ਤੇ ਇਹਦਾ ਆਬਜੈਕਟਿਵ ਹੈ ਕਿ ਸੂਰਜ ਦੀ ਸਟੱਡੀ ਕਰਨਾ। ਸੋ ਇੱਕ ਸੈਟੇਲਾਈਟ ਨੂੰ ਭੇਜਿਆ ਜਾਊਗਾ ਜਿਹੜਾ ਧਰਤੀ ਤੋਂ 12 ਲੱਖ ਕਿਲੋਮੀਟਰ ਦੂਰ ਜਾ ਕੇ ਸੂਰਜ ਦੀ ਲਗਾਤਾਰ ਸਟੱਡੀ ਕਰੂਗਾ। ਦੂਜਾ ਮਿਸ਼ਨ ਹੈ ਨਿਸਾਰ ਸੈਟੇਲਾਈਟ, ਜਿਸ ਨੂੰ ਜਨਵਰੀ 2024 ਦੇ ਵਿੱਚ ਲਾਂਚ ਕੀਤਾ ਜਾਊਗਾ ਤੇ ਇਹ ਇੰਡੀਆ ਦੀ ਇਸਰੋ ਤੇ ਯੂਨਾਈਟਿਡ ਸਟੇਟਸ ਦੀ ਨਾਸਾ ਦਾ ਸਾਂਝਾ ਮਿਸ਼ਨ ਹੈ ਤੇ ਇਹਦੇ ਉੱਤੇ ਲੱਗਣ ਵਾਲੀ ਕਾਸਟ ਹੈ ਜਿਹੜੀ 12,296 ਕਰੋੜ ਹੈ ਤੇ ਇਹਦੇ ਜਿਹੜੇ ਆਬਜੈਕਟਿਵਸ ਨੇ ਧਰਤੀ ਦੀ ਸਟੱਡੀ ਕਰਨਾ, ਇੱਥੋਂ ਦੇ ਇਕੋਸਿਸਟਮ ਦੀ ਸਟੱਡੀ ਕਰਨਾ ਤੇ ਗਲੋਬਲ ਵਾਰਮਿੰਗ ਦੇ ਸਾਡੀ ਦੁਨੀਆ ਦੇ ਉੱਤੇ ਕੀ ਪ੍ਰਭਾਵ ਨੇ, ਕਲਾਈਮੇਟ ਚੇਂਜ ਦੇ ਸਾਡੀ ਦੁਨੀਆ ਦੇ ਉੱਤੇ ਕੀ ਪ੍ਰਭਾਵ ਨੇ। ਤੇ ਕਲਾਈਮੇਟ ਚੇਂਜ ਦੇ ਉੱਤੇ ਵੀਡੀਓ ਅਸੀਂ ਆਲਰੇਡੀ ਬਣਾ ਚੁੱਕੇ ਹਾਂ, ਜੇ ਤੁਸੀਂ ਉਸ ਨੂੰ ਦੇਖਣਾ ਚਾਹੁੰਦੇ ਤਾਂ ਉਸ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੋਇਆ ਹੈ। ਤੀਜਾ ਮਿਸ਼ਨ ਹੈ ਸਪੇਸ ਡੈਕਸ, ਜਿਸ ਨੂੰ 2024 ਦੇ ਵਿੱਚ ਲਾਂਚ ਕੀਤਾ ਜਾਊਗਾ ਤੇ ਇਸ ਦੀ ਕੀਮਤ ਹੈਗੀ 124 ਕਰੋੜ ਤੇ ਇਹਦੇ ਆਬਜੈਕਟਿਵਸ ਇਹ ਨੇ ਕਿ ਹਿਊਮਨ ਸਪੇਸ ਫਲਾਈਟ ਦੇ ਬਾਰੇ ਵਧੇਰੇ ਜਾਣਕਾਰੀ ਕਰਨਾ ਤੇ ਜਿਹੜੇ ਸੈਟੇਲਾਈਟ ਆਲਰੇਡੀ ਆਰਬਿਟ ਦੇ ਵਿੱਚ ਘੁੰਮ ਰਹੇ ਨੇ, ਸਪੇਸ ਦੇ ਵਿੱਚ ਘੁੰਮ ਰਹੇ ਨੇ, ਉਹਨਾਂ ਦੀ ਸੌਖੇ ਤਰੀਕੇ ਨਾਲ ਕੀਤੀ ਜਾਣ ਵਾਲੀ ਸਰਵਿਸ ਦੇ ਬਾਰੇ ਹੋਰ ਜਾਣਕਾਰੀ ਲੈਣਾ। ਤੇ ਚੌਥਾ ਮਿਸ਼ਨ ਹੈ ਮੰਗਲਯਾਨ 2, ਜਿਹੜਾ 2024 ਦੇ ਵਿੱਚ ਲਾਂਚ ਕੀਤਾ ਜਾਊਗਾ ਤੇ ਇਹਦੀ ਜਿਹੜੀ ਕਾਸਟ ਹੈ ਉਹ ਹਜੇ ਤੱਕ ਅਨਡਿਸਕਲੋਜ਼ਡ ਹੈ, ਕਿਉਂਕਿ ਇਹ ਪਾਰਲੀਮੈਂਟ ਤੋਂ ਪਾਸ ਨਹੀਂ ਹੋਇਆ ਹਜੇ
ਤੇ ਜੇਕਰ ਇਹ ਪਾਸ ਹੋ ਜਾਂਦਾ ਤਾਂ ਇਹ ਇੰਡੀਆ ਦਾ ਸੈਕੰਡ ਇੰਟਰਪਲੈਨੇਟਰੀ ਮਿਸ਼ਨ ਹੋਊਗਾ, ਕਿਉਂਕਿ ਅਸੀਂ ਮਾਰਸ ਦੇ ਉੱਤੇ ਆਲਰੇਡੀ ਜਾ ਚੁੱਕੇ ਹਾਂ। ਤੇ ਪੰਜਵਾਂ ਮਿਸ਼ਨ ਹੈ ਇੰਡੀਆ ਦਾ ਵੈਰੀ ਐਂਬੀਸ਼ੀਅਸ ਗਗਨਯਾਨ, ਜਿਹੜਾ 2024 ਦੇ ਵਿੱਚ ਲਾਂਚ ਹੋਊਗਾ ਤੇ ਇਹਦੀ ਕੀਮਤ ਹੈ ਲਗਭਗ 9000 ਕਰੋੜ ਰੁਪਇਆ। ਤੇ ਇਹ ਪਹਿਲਾ ਮਿਸ਼ਨ ਹੋਊਗਾ ਜਿਸ ਵਿੱਚ ਇੰਡੀਆ ਆਪਣੇ ਐਸਟਰੋਨੌਟਸ ਨੂੰ ਆਪਣੇ ਹੀ ਰਾਕਟ ਦੇ ਵਿੱਚ ਬਿਠਾ ਕੇ ਸਪੇਸ ਦੇ ਵਿੱਚ ਲੈ ਕੇ ਜਾਊਗਾ ਇੰਡੀਪੈਂਡੈਂਟਲੀ। ਤੇ 6ਵਾਂ ਮਿਸ਼ਨ ਹੈਗਾ ਸ਼ੁਕਰਯਾਨ, ਜਿਹੜਾ 2031 ਤੱਕ ਕਿਸੇ ਵੀ ਸਮੇਂ ਲਾਂਚ ਕੀਤਾ ਜਾ ਸਕਦਾ ਡਿਪੈਂਡਿੰਗ ਔਨ ਦੀ ਲਾਂਚ ਵਿੰਡੋ। ਤੇ ਇਹਦੀ ਕੀਮਤ ਹੈਗੀ ਹੈ ਜਿਹੜੀ 500 ਤੋਂ 1000 ਕਰੋੜ ਰੁਪਏ। ਤੇ ਜਿਹੜਾ ਮਕਸਦ ਹੈ ਉਹ ਵੀਨਸ ਗ੍ਰਹਿ ਦੀ ਸਟੱਡੀ ਕਰਨਾ ਹੈ। ਇੱਥੇ ਹੀ ਸਾਡੀ ਵੀਡੀਓ ਹੁੰਦੀ ਹੈ ਖਤਮ, ਪਰ ਅਸੀਂ ਧਰਤੀ ਤੋਂ ਲੈ ਕੇ ਚੰਨ ਤੱਕ ਦਾ ਜਿਹੜਾ 3,84,000 ਕਿਲੋਮੀਟਰ ਦਾ ਸਫ਼ਰ ਹੈ ਤੇ ਸੌਫਟ ਲੈਂਡਿੰਗ ਦੀ ਸ਼ੁਭ ਕਾਮਨਾ ਕਰਦੇ ਹਾਂ। ਜੇਕਰ ਤੁਹਾਨੂੰ ਇਹ ਸਾਡੀ ਵੀਡੀਓ ਚੰਗੀ ਲੱਗੀ ਤਾਂ ਸਾਡੇ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਤੇ ਅਗਲੀ ਵੀਡੀਓ ਦੇ ਨਾਲ ਛੇਤੀ ਹੀ ਮਿਲਾਂਗੇ। ਉਦੋਂ ਤੱਕ ਰੱਬ ਰਾਖਾ।